ਲੋਕਾਂ ਲਈ ਤਾਂ ਡਰ ਹੈ ਕਿ ਕੈਂਸਰ ਹੋ ਗਿਆ ਬੰਦਾ ਬਚੇਗਾ ਨਹੀਂ, ਰੱਬ ਬਚਾਵੇ ਤਾਂ ਬਚਾਵੇ। ਡਰ ਵਾਸਤੇ 50 ਸਾਲ ਮਿਹਨਤ ਕੀਤੀ ਨਾ ਅੰਗਰੇਜ਼ਾਂ ਨੇ ਕਿ ਡਰ ਫੈਲਾਓ, ਫਿਰ ਕੀਮੋ ਵੇਚੋ, ਫਿਰ ਰੇਡੀਏਸ਼ਨ ਵੇਚੋ, ਪੈਟ ਸਕੈਨ ਦੀ ਮਸ਼ੀਨਾਂ ਵੇਚੋ, ਮੈਮੋਗ੍ਰਾਫੀ ਮਸ਼ੀਨਾਂ ਵੇਚੋ। 50% ਬ੍ਰੈਸਟ ਨੂੰ ਦਬਾ ਦਿੱਤਾ, ਪੇਚ ਦਿੱਤਾ, ਉਹਦੇ 'ਚ ਜਿਹੜਾ ਮੈਮਰੀ ਗਲੈਂਡ ਆ ਉਹ ਰਪਚਰ ਹੋ ਗਿਆ, ਉਹ ਬਾਅਦ ਵਿੱਚ ਬ੍ਰੈਸਟ ਵਧਣ ਲੱਗ ਜਾਏਗੀ, ਯਾਨੀ ਕੈਂਸਰ ਵਧ ਰਿਹਾ। ਕੈਂਸਰ ਨਹੀਂ ਵਧ ਰਿਹਾ, ਕੈਂਸਰ ਨੂੰ ਵਧਾਇਆ ਜਾ ਰਿਹਾ। ਉਹ ਪੁਰਾਣੀ ਪੱਧਤੀ ਹੈ ਸਾਡੇ ਦੇਸ਼ ਦੀ ਇਲਾਜ ਦੀ, ਆਯੁਰਵੇਦ, ਫਿਰ ਵੀ ਲੋਕਾਂ ਦਾ ਇੰਨੇ ਸੈਂਕੜੇ ਸਾਲਾਂ 'ਚ ਉਸ ਦਾ ਭਰੋਸਾ ਕਿਉਂ ਨਹੀਂ ਬਣ ਪਾਇਆ? ਪਹਿਲਾਂ ਨਿਆਂ ਵਿਵਸਥਾ ਕੀ ਹੁੰਦੀ ਸੀ? ਰਾਜਾ ਕੋਲ ਗਏ, ਉਹਨੇ ਫੈਸਲਾ ਸੁਣਾਇਆ, ਕਹਾਣੀ ਖਤਮ। ਅੱਜ ਕੱਲ੍ਹ 10-10 ਸਾਲ ਹੋ ਜਾਂਦੇ, ਕੇਸ ਚੱਲਦਾ ਰਹਿੰਦਾ, ਕੋਈ ਫੈਸਲਾ ਨਹੀਂ ਹੁੰਦਾ। ਸੇਮ ਚਿਕਿਤਸਾ ਵਿਵਸਥਾ ਹੈ। 10-10 ਸਾਲ ਤੋਂ ਲੋਕ ਗੋਲੀ ਖਾਈ ਜਾਂਦੇ, ਠੀਕ ही नहीं होते। बीपी की गोली 15 साल तो खा रहे हैं जी। अगर आपने किसी के दिमाग में डाल दिया कि कैंसर है तो मरना ही है, तो वो मरेगा ही मरेगा इंसान, वो बच नहीं सकता। मेडिकल स्कूल में हमें यही पढ़ाया जाता है कि ये बीमारियां इनक्योरेबल है, इसको ठीक नहीं किया जा सकता। बट मेरा सबसे एक क्वेश्चन है कि अगर एक इंसान ठीक हो सकता है कि तो क्या हम सबकी बॉडी में वो पोटेंशियल नहीं है? मेरे पास एक पेशेंट आई जिसकी रिपोर्ट अदला बदली हो गई थी किसी के साथ, गॉल ब्लैडर में उसको कैंसर बताया गया रिपोर्ट के अंदर, था नहीं उसे, वो आज तक डिप्रेशन की मेडिसिन ले रही है। ਸਾਡੇ ਦੇਸ਼ ਵਿੱਚ ਸਭ ਤੋਂ ਪੁਰਾਣੀ ਇੱਕ ਇਲਾਜ ਦੀ ਪੱਧਤੀ ਹੈਗੀ ਹੈ, ਫਿਰ ਵੀ ਲੋਕ ਇਸ ਤੇ ਭਰੋਸਾ ਨਹੀਂ ਕਰਦੇ ਜਾਂ ਇਹ ਇੰਨੀ ਜ਼ਿਆਦਾ ਮਕਬੂਲ ਕਿਉਂ ਨਹੀਂ ਹੋ ਪਾਈ? ਆਚਾਰਿਆ ਮਨੀਸ਼ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਆਚਾਰਿਆ ਜੀ, ਸਭ ਤੋਂ ਪੁਰਾਣੀ ਪੱਧਤੀ ਹੈ ਸਾਡੇ ਦੇਸ਼ ਦੀ ਇਲਾਜ ਦੀ, ਆਯੁਰਵੇਦ, ਫਿਰ ਵੀ ਲੋਕਾਂ ਦਾ ਇੰਨੇ ਸੈਂਕੜੇ ਸਾਲਾਂ 'ਚ ਉਸ ਦਾ ਭਰੋਸਾ ਕਿਉਂ ਨਹੀਂ ਬਣ ਪਾਇਆ? ਸਰ, ਉਹਨਾਂ ਅੰਗਰੇਜ਼ਾਂ ਨੇ ਚਾਲਾਂ ਰਚੀਆਂ ਲਗਭਗ 150-200 ਸਾਲ। ਤੁਸੀਂ ਦੇਖੋ, ਸਾਡੇ ਦੇਸ਼ 'ਚ 3 ਸਿਸਟਮ ਹੈ ਜੋ ਅੱਜ ਵੀ ਅੰਗਰੇਜ਼ਾਂ ਦੇ ਕੰਟਰੋਲ ਵਿੱਚ ਹੈ। ਸਾਡੀ ਜੁਡੀਸ਼ਰੀ, ਸਾਡੀ ਸਿੱਖਿਆ ਵਿਵਸਥਾ, ਸਾਡੀ ਚਿਕਿਤਸਾ ਵਿਵਸਥਾ। ਇਹ ਤਿੰਨਾਂ 'ਚ ਕੋਈ ਭਾਰਤੀ ਕੁਝ ਤਾਂ ਹੈ ਹੀ ਨਹੀਂ ਗੀ। ਤੁਸੀਂ ਇਹ ਗੱਲ ਦੱਸੋ, ਪਹਿਲਾਂ ਗੁਰੂਕੁਲ ਹੁੰਦੇ ਸੀ, ਕਿੰਨੇ ਖਤਮ ਕੀਤੇ ਅੰਗਰੇਜ਼ਾਂ ਨੇ। ਪਹਿਲਾਂ ਨਿਆਂ ਵਿਵਸਥਾ ਕੀ ਹੁੰਦੀ ਸੀ? ਰਾਜਾ ਕੋਲ ਗਏ, ਉਹਨੇ ਫੈਸਲਾ ਸੁਣਾਇਆ, ਕਹਾਣੀ ਖਤਮ। ਅੱਜ ਕੱਲ੍ਹ 10-10 ਸਾਲ ਹੋ ਜਾਂਦੇ, ਕੇਸ ਚੱਲਦਾ ਰਹਿੰਦਾ, ਕੋਈ ਫੈਸਲਾ ਨਹੀਂ ਹੁੰਦਾ। ਸੇਮ ਚਿਕਿਤਸਾ ਵਿਵਸਥਾ ਹੈ। 10-10 ਸਾਲ ਤੋਂ ਲੋਕ ਗੋਲੀ ਖਾਈ ਜਾਂਦੇ, ਠੀਕ ही नहीं होते। बीपी की गोली 15 साल ਤੋਂ ਖਾ ਰਹੇ ਹਾਂ ਜੀ, 12 ਸਾਲ ਤੋਂ ਖਾ ਰਹੇ, ਉਹਦੇ ਸਾਈਡ ਇਫੈਕਟ ਆਉਂਦੇ ਆ। ਇਹ ਸਭ ਆਯੁਰਵੇਦ ਨੂੰ, ਸਾਡੀ ਨਿਆਂ ਵਿਵਸਥਾ ਨੂੰ, ਸਿੱਖਿਆ ਵਿਵਸਥਾ ਨੂੰ ਖਤਮ ਕਰਨ ਵਾਸਤੇ ਅੰਗਰੇਜ਼ਾਂ ਦੀ ਪਲਾਨਿੰਗ ਸੀ। ਤੇ ਆਯੁਰਵੇਦ ਪਾਵਰਫੁਲ ਪਹਿਲਾਂ ਵੀ ਸੀਗਾ, ਲੇਕਿਨ ਇਹਨੂੰ ਇੰਨਾ ਕੁ ਥੱਲੇ ਦਬਤਾ, ਇੰਨਾ ਕੁ ਮਾਡਰਨ ਕਹਿ ਕੇ, ਇਹਨੂੰ ਪਿਛੜਾ ਕਹਿ ਕੇ ਥੱਲੇ ਵਾੜਤਾ। ਅਸੀਂ ਹੋ ਗਏ, ਬਾਬਾ ਰਾਮਦੇਵ ਵਰਗੇ ਲੋਕ ਹੋ ਗਏ, ਜ਼ੋਰ ਮਾਰ ਕੇ ਯੋਗਾ ਕਰਾ ਕੇ, ਬਾਬੇ ਨੇ ਪੇਟ ਖਿੱਚ ਕੇ, ਸਾਹ ਛੱਡ ਕੇ ਲੋਕਾਂ ਨੂੰ ਜਗਾਇਆ। ਤੇ ਹੁਣ ਅਸੀਂ ਲੱਗੇ ਹੋਏ ਹਾਂ। ਹੁਣ ਸਾਡੇ ਕੋਲ ਸਾਰੇ ਹੀ ਮੋਸਟਲੀ ਉਹ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਨੂੰ ਮਾਡਰਨ ਪੱਧਤੀ ਤੋਂ ਜਵਾਬ ਮਿਲ ਜਾਂਦਾ। ਤੁਸੀਂ ਅੱਜ ਦੇਖਿਆ ਵੀ ਹੋਏਗਾ, ਬਲੱਡ ਕੈਂਸਰ ਦਾ ਇੱਕ ਪੇਸ਼ੈਂਟ ਪੇਸ਼ ਕੀਤਾ। ਮੈਂ ਤੁਹਾਨੂੰ ਕਹੂੰਗਾ ਤੁਸੀਂ ਉਹਨਾਂ ਦਾ ਵੀ ਵੀਡੀਓ ਰਿਕਾਰਡ ਕਰੋ, ਉਹਨਾਂ ਦੀ ਪਹਿਲੇ ਪੁਰਾਣੀ ਵੀਡੀਓ ਲਗਾਣਾ, ਫਿਰ ਤੁਸੀਂ ਲੋਕਾਂ ਨੂੰ ਪੁੱਛਣਾ ਕਿ 95 ਆਈ ਆਦਮੀ ਹੈ। ਤੁਸੀਂ ਪਹਿਲਾਂ ਪੁਰਾਣੀ ਵੀਡੀਓ ਦਿਖਾ ਦਿਓ ਆਪਣੇ ਚੈਨਲ ਤੇ, ਫਿਰ ਤੁਸੀਂ ਉਹਨਾਂ ਦੀ ਨਵੀਂ ਵਾਲੀ ਵੀਡੀਓ ਦਿਖਾ ਦਿਓ ਜਿਹੜੀ ਹੁਣ ਉਹਨਾਂ ਦੀ ਲਓਗੇ ਤੁਸੀਂ। ਰਾਜੀਵ ਦੀਕਸ਼ਿਤ ਮੈਡੀਕਲ ਮਾਫੀਆ ਦਾ ਸ਼ਿਕਾਰ ਹੋਏ ਸੀ ਜੀ, ਨੈਚੁਰਲੀ ਗੱਲ ਹੈ, ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ। ਅੱਛਾ, ਕੀ ਕਹਿੰਦੇ ਹੋ? ਕੈਂਸਰ ਅੱਜ ਕੱਲ੍ਹ ਬੜੀ ਕਾਮਨ ਜੀ ਹੋ ਗਈ, ਬੁਖਾਰ ਵਰਗੀ ਬਿਮਾਰੀ ਹੋ ਗਈ ਹੈ। ਇੱਕ ਹਰਿਆਣੇ ਦੇ ਯੰਗ ਸੀਗੇ IPS, ਉਹ 35-40 ਸਾਲ ਦੇ ਕੈਂਸਰ ਨਾਲ ਉਹ ਐਕਸਪਾਇਰ ਹੋਏ ਸੀਗੇ, ਲੇਡੀ ਸੀਗੇ। ਮਤਲਬ ਮੈਂ ਸੱਚੀ ਦੱਸਾਂ ਸਰ, ਕੈਂਸਰ ਨਾਲ ਐਕਸਪਾਇਰ ਨਹੀਂ ਹੋਏ, ਕੈਂਸਰ ਦੇ ਟ੍ਰੀਟਮੈਂਟ ਨਾਲ ਐਕਸਪਾਇਰ ਹੋਏ। ਕੈਂਸਰ ਬਾਜ਼ਾਰ 'ਚ ਵਿਕ ਰਿਹਾ ਹੈ, ਕੈਂਸਰ ਨੂੰ ਬਾਜ਼ਾਰ 'ਚ ਵੇਚਿਆ ਜਾ ਰਿਹਾ ਹੈ। ਐਕਚੁਅਲ 'ਚ 10% ਲੋਕਾਂ ਨੂੰ ਐਕਚੁਅਲ ਕੈਂਸਰ ਹੁੰਦਾ ਹੈ, ਜਿਹੜਾ ਫੈਲਣ ਵਾਲਾ ਹੋਵੇ, ਅਗਰੈਸਿਵ ਹੋਏ ਜਾਂ ਮੈਲਿਗਨੈਂਟ ਹੋਏ। ਬਾਕੀ 90% ਲੋਕਾਂ ਨੂੰ ਨੌਨ ਫੈਲਣ ਵਾਲਾ ਸਾਇਲੈਂਟ ਕੈਂਸਰ, ਇੰਡੋਲੈਂਟ ਕੈਂਸਰ ਹੁੰਦਾ ਹੈ, ਬਿਨਾਈਨ ਕੈਂਸਰ ਹੁੰਦਾ ਜੋ ਫੈਲਦਾ ਨਹੀਂਗਾ, ਲੇਕਿਨ ਉਹਨੂੰ ਛੇੜਾਖਾਨੀ ਕਰਕੇ, ਬਾਇਪਸੀ ਕਰਕੇ, ਪੈਟ ਸਕੈਨ ਕਰਕੇ, ਮੈਮੋਗ੍ਰਾਫੀ ਕਰਕੇ ਵਧਾ ਦਿੱਤਾ ਜਾਂਦਾ ਹੈ ਤੇ ਉਹਨੂੰ ਵੇਚਿਆ ਜਾਂਦਾ ਹੈ ਬਾਜ਼ਾਰ ਵਿੱਚ। ਲੋਕਾਂ ਨੂੰ ਲੁੱਟ ਮੱਚੀ ਹੋਈ ਹੈ, ਲੋਕਾਂ ਦੇ ਵਿੱਚ ਕੈਂਸਰ ਨੂੰ ਵੇਚਿਆ ਜਾ ਰਿਹਾ ਸਰ। ਆਮ ਲੋਕਾਂ ਲਈ ਤਾਂ ਡਰ ਹੈ ਕਿ ਕੈਂਸਰ ਹੋ ਗਿਆ ਬੰਦਾ ਬਚੇਗਾ ਨਹੀਂ, ਰੱਬ ਬਚਾਵੇ ਤਾਂ ਬਚਾਵੇ। ਡਰ ਵਾਸਤੇ 50 ਸਾਲ ਮਿਹਨਤ ਕੀਤੀ ਨਾ ਅੰਗਰੇਜ਼ਾਂ ਨੇ ਕਿ ਡਰ ਫੈਲਾਓ, ਫਿਰ ਕੀਮੋ ਵੇਚੋ, ਫਿਰ ਰੇਡੀਏਸ਼ਨ ਵੇਚੋ, ਪੈਟ ਸਕੈਨ ਦੀ ਮਸ਼ੀਨਾਂ ਵੇਚੋ, ਮੈਮੋਗ੍ਰਾਫੀ ਮਸ਼ੀਨਾਂ ਵੇਚੋ। ਉਹ ਮੈਂ ਤੁਹਾਡਾ ਹੱਥ ਫੜ ਕੇ ਕੱਸ ਕੇ ਦੱਬ ਦੇਵਾਂ, ਇੰਨੀ ਜੋੜ ਕੇ ਦੱਬ ਦੇਵਾਂ, ਤੁਹਾਡੀ ਚੀਕਾਂ ਕਢਾ ਦੇਵਾਂ। ਸੋਚੋ, ਇਸ ਤੋਂ ਜ਼ਿਆਦਾ ਬ੍ਰੈਸਟ ਨੂੰ ਦਬਾਉਂਦੇ ਆ ਜਦੋਂ ਇਹ ਮੈਮੋਗ੍ਰਾਫੀ ਹੁੰਦੀ ਹੈ। ਤੇ ਸੋਚੋ, ਲੇਡੀ ਜਾਨ 50% ਬ੍ਰੈਸਟ ਨੂੰ ਦਬਾ ਦਿੱਤਾ, ਪੇਚ ਦਿੱਤਾ, ਉਹਦੇ 'ਚ ਜਿਹੜਾ ਮੈਮਰੀ ਗਲੈਂਡ ਆ ਉਹ ਰਪਚਰ ਹੋ ਗਿਆ, ਜਿਹੜਾ ਮਿਲ ਗਲੈਂਡ ਰਪਚਰ ਹੋ ਗਿਆ, ਜੋ ਗਾਂਠ ਹੈਗੀ ਉਹ ਫੁੱਟ ਜਾਏਗੀ, ਉਹ ਬਾਅਦ ਵਿੱਚ ਬ੍ਰੈਸਟ ਵਧਣ ਲੱਗ ਜਾਏਗੀ, ਯਾਨੀ ਕੈਂਸਰ ਵਧ ਰਿਹਾ। ਕੈਂਸਰ ਨਹੀਂ ਵਧ ਰਿਹਾ, ਕੈਂਸਰ ਨੂੰ ਵਧਾਇਆ ਜਾ ਰਿਹਾ। ਮੈਂ ਤਾਂ ਸਭ ਨੂੰ ਰਿਕੁਐਸਟ ਕਰਾਂਗਾ, ਆਪਣੀ ਡਾਈਟ ਠੀਕ ਕਰੋ, ਆਪਣਾ ਲਾਈਫ ਸਟਾਈਲ ਠੀਕ ਕਰੋ, ਹਰ 6 ਮਹੀਨਿਆਂ ਬਾਅਦ ਪੰਚਕਰਮਾ ਕਰਾਓ, ਤੁਹਾਨੂੰ ਕਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ। ਮੇਰੇ ਨਾਲ ਡਾਕਟਰ ਸੋਨਾਲੀ ਵੀ ਹੈਗੇ ਆ, ਜਿਹੜੇ ਕਿ ਸਾਡੇ ਕੈਂਸਰ ਦੇ ਸਪੈਸ਼ਲਿਸਟ ਹੈਗੇ ਆ, ਇਹ ਦੇਖਦੇ ਆ ਕੈਂਸਰ ਵਿਭਾਗ, ਪਲੱਸ ਲੋਕਾਂ ਦੀ ਡਾਇਬਟੀ ਰਿਵਰਸਲ ਦੇਖਦੇ ਆ, ਬਲੱਡ ਪ੍ਰੈਸ਼ਰ ਰਿਵਰਸਲ ਦੇਖਦੇ ਆ, ਪਲੱਸ ਡਾਈਟ ਮੈਨੇਜ ਕਰਦੇ ਆ। ਇਹ ਪੂਰੀ ਇੱਕ ਲਗਭਗ 300 ਬੱਚਿਆਂ ਦੀ ਟੀਮ ਸੰਭਾਲਦੇ ਆ। ਮੈਂ ਚਾਹਾਂਗਾ ਇਹ ਆਪਣੇ ਐਕਸਪੀਰੀਅੰਸ ਵੀ ਦੱਸ ਦੇਣਗੇ ਕਿ ਕਿਵੇਂ ਜਿਹੇ ਪੇਸ਼ੈਂਟ ਆਉਂਦੇ ਆ ਤੇ ਕੀ ਉਹਨਾਂ ਦਾ ट्रीटमेंट ਦੱਸਦੇ ਆ। बिल्कुल। सो डॉक्टर सोनाली, यही बात सबसे पहले जानना चाहेंगे, जैसे मनीष जी ने कई सेलिब्रिटीज़ के नाम भी बताए थे, आपके पास आए हैं, वो ठीक भी हुए हैं, तो लोगों में जो खौफ बना हुआ है कैंसर को लेके कि यार एक बार हो गया, भगवान ही बचाए तो बचाए, ट्रीटमेंट तो है ही नहीं है, 4th लेवल है, लास्ट स्टेज है,
मतलब ये सारा इतना क्यों, इसकी नेगेटिव शेड क्यों बनी हुई है, इतनी कि बहुत भयानक बीमारी है? सर ये जैसे सर ने अभी बताया कि ये फैला दिया गया है उस तरह से। मेरे पास 2 तरह के पेशेंट आते हैं, दोनों सेम तरह का कैंसर है, लेकिन एक इंसान रिकवर कर रहा है, एक नहीं कर रहा है। वहाँ पे हमें समझ आती है साइकोलॉजी, वहाँ पे हमें समझ आती है माइंड की पावर। अगर कोई इंसान को कैंसर का नाम लेके बहुत ज़्यादा डराया गया है, जैसे मैं आपको एक रियल एक्सपीरियंस बताऊँ, मेरे पास एक पेशेंट आई जिसकी रिपोर्ट अदला बदली हो गई थी किसी के साथ। गॉल ब्लैडर में उसको कैंसर बताया गया रिपोर्ट के अंदर, था नहीं उसे। वो आज तक डिप्रेशन की मेडिसिन ले रही है, वो तब से डिरेंज ही होती जा रही है। उसमें सारे कैंसर के सिम्टम है, जैसे वजन कम हो गया, उसको खाना खाने का मन नहीं करता, बार बार बुखार आता रहता है, हर एक सिम्टम उसको आ रहा है और डेली डेटोरिएट हो रही है। अब हम उसकी माइंड की CBT थेरेपीज होती हैं, माइंड से नेगेटिव थॉट को निकालना। उनको फोबिया हो गया, साइकोलॉजी। अगर आपने किसी के दिमाग में डाल दिया कि कैंसर है तो मरना ही है, तो वो मरेगा ही मरेगा इंसान, वो बच नहीं सकता। जब हम हॉस्पिटल में किसी को भर्ती करते हैं, हम सिर्फ उसको डाइट, मेडिसिन या थेरेपी नहीं देते, हम साथ साथ में उसकी माइंड की काउंसलिंग करते हैं, करनी पड़ती है। पहले बताना पड़ता है कि नहीं भी कैंसर ठीक हो जाता है, इसीलिए हम इतनी सारी वीडियोज़ चलाते हैं। आज भी आचार्य जी ने वीडियोज़ दिखाई, दिखाने का पर्पज़ ये है, पहले दिमाग में से, आपके दिमाग में से भी नहीं निकलेगा, हम सबके दिमाग में घुसा हुआ है। इवन मेडिकल स्कूल में जब हमें पढ़ाया जाता है, स्कूल की बात कर लें, मेडिकल स्कूल में हमें यही पढ़ाया जाता है कि ये बीमारियां इनक्योरेबल है, इसको ठीक नहीं किया जा सकता। बट मेरा सबसे एक क्वेश्चन है कि अगर एक इंसान ठीक हो सकता है कि तो क्या हम सबकी बॉडी में वो पोटेंशियल नहीं है कि ठीक हो जाएंगे? हो सकता है हम कुछ चीज़ गलत कर रहे हैं। अगर इंसान को कैंसर हुआ किसी न किसी वजह से हुआ, सर ने अभी बात करी PET CT की, हम बोलते हैं आज के टाइम पे रेडिएशन कैंसर कॉज कर रहा है। रेडिएशन एक बहुत बड़ा फैक्टर है जिसकी वजह से हमारी सेल, नॉर्मल सेल कैंसर सेल में कन्वर्ट हो जाती है, अंदर जेनेटिक म्यूटेशन हो जाती है। बाद में हम वही रेडियो एक्टिव मटेरियल उसकी बॉडी में डालते हैं कैंसर को डायग्नोज करने के लिए कि कितना बड़ा है और कितना नहीं। मतलब एक मैं साधारण भाषा में आपसे पूछूं, कितना परसेंटेज क्या है कैंसर अगर किसी को हो गया, जानलेवा है, उसकी जान जाएगी, परसेंटेज क्या है इसकी? मतलब अगर तो WHO भी ये कहता है, बड़े बड़े ऑर्गेनाइजेशन ये कहते हैं कि अगर फर्स्ट स्टेज में, सेकंड स्टेज में कोई पेशेंट को पता चल जाए तो बहुत ज़्यादा चांसेस होते हैं रिकवरी के, राइट। अगर 4th स्टेज में, क्योंकि उसके बाद क्या होता है, बॉडी में ब्लड वेसल्स के थ्रू, खून के माध्यम से और लिम्फेटिक चैनल के माध्यम से वो बॉडी के अलग अलग हिस्सों में फैलना शुरू कर गया है, फिर उसको रिकवर करना बहुत मुश्किल हो जाता है। फिर भी जो मेरा पर्सनल एक्सपीरियंस या हमारे हॉस्पिटल का एक्सपीरियंस है, वहाँ पे हमने ये देखा कि 4th स्टेज का कैंसर भी पेशेंट हमारे पास आ रहा है, अगर वो मेंटली बहुत ज़्यादा मजबूत है, विल पावर उसकी स्ट्रॉन्ग है, तो वो रिकवर कर जाता है। जिसकी विल पावर वीक है वो रिकवर नहीं कर पाता। अंदर से स्ट्रांग होने की जरूरत बहुत ज़रूरी है। ਬਿਲਕੁਲ ਠੀਕ ਹੈ। ਸੋ ਕੈਂਸਰ ਜਿਵੇਂ ਬਿਮਾਰੀ ਫੈਲ ਰਹੀ ਹੈ, ਲੋਕ ਘਬਰਾ ਜਾਂਦੇ ਨੇ ਕਿ ਕਿਸੇ ਨੂੰ ਹੋ ਗਿਆ, ਈਵਨ ਕਿ ਲੋਕ ਕਿਨਾਰਾ ਵੀ ਕਰਨ ਲੱਗ ਗਏ ਨੇ। ਤੇ ਤੁਸੀਂ ਕਈ ਥਾਵਾਂ ਤੇ ਦੇਖਿਆ ਹੋਣਾ, ਛੂਤ ਵਰਗਾ ਰੋਗ ਸਮਝ ਕੇ ਬੰਦੇ ਦੇ ਕੱਪੜੇ ਵੀ ਲੱਗ ਕਰਤੇ, ਰੋਟੀ ਵੀ ਲੱਗ ਕਰਤੀ, ਭਾਂਡੇ ਵੀ ਲੱਗ ਕਰਤੇ। ਪਰ ਜਿਵੇਂ ਡਾਕਟਰ ਸੋਨਾਲੀ ਉਹਨਾਂ ਨੇ ਦੱਸਿਆ ਕਿ ਇੰਨਾ ਵੀ ਇਹ ਖਤਰਨਾਕ ਰੋਗ ਨਹੀਂ ਹੈਗਾ ਔਰ ਕੈਂਸਰ ਨਹੀਂ ਮਾਰ ਰਿਹਾ। ਇਹਨੂੰ ਲੈ ਕੇ ਜਿਹੜੀਆਂ ਦਵਾਈਆਂ ਤੁਹਾਨੂੰ ਦਿੱਤੀਆਂ ਜਾਂਦੀਆਂ, ਜਿਹੜਾ ਟ੍ਰੀਟਮੈਂਟ ਦਿੱਤਾ ਜਾਂਦਾ, ਉਹ ਤੁਹਾਡੀ ਜਾਨ ਲੈਣ ਲਈ ਜ਼ਿਆਦਾ ਆਪਾਂ ਕਹੀਏ ਵੀ ਉਹ ਕਾਰਾਗਰ ਜਾਂ ਮਾਰੂ ਸਾਬਤ ਹੁੰਦਾ ਹੈ। ਸੋ ਆਯੁਰਵੈਦ ਤੇ ਭਰੋਸਾ ਕਰਕੇ ਤੁਸੀਂ ਇਸ ਤੋਂ ਵੀ ਹੈ ਜਿਹੜਾ ਅੰਦਰੋਂ ਤਾਕਤਵਰ ਤੁਹਾਨੂੰ ਹੋਣਾ ਪਏਗਾ, ਤਕੜੇ ਹੋਣਾ ਪਏਗਾ, ਤੇ ਤੁਸੀਂ ਕੈਂਸਰ ਤੇ ਵੀ ਜੰਗ ਜਿਹੜਾ ਜਿੱਤ ਸਕਦੇ ਹੋ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ। ਧੰਨਵਾਦ।